ਵਿਰੋਧੀ ਦਲਾਂ ਦਾ ਅੱਜ ਵੱਡਾ ਇਮਤਿਹਾਨ ਹੈ। ਇਮਤਿਹਾਨ ਕੌਣ ਲੈਣ ਜਾ ਰਿਹਾ ਹੈ, ਕਿਵੇਂ ਲੈਣ ਜਾ ਰਿਹਾ ਹੈ ਤੇ ਕੀ ਵਿਰੋਧੀ ਦਲ ਇਕੱਠੇ ਹੋ ਕੇ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋ ਪਾਉਣਗੇ ਜਾਂ ਫਿਰ ਨਹੀਂ। ਗੱਲਬਾਤ ਇਸ ਦੇ ਉੱਪਰ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਰਾਂਗੇ ਹਾਈ ਕੋਰਟ ਦੇ ਇੱਕ ਨੋਟਿਸ ਦੀ। ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਕਿਸ ਨੂੰ ਕੀਤਾ ਗਿਆ, ਕਿਉਂ ਕੀਤਾ ਗਿਆ ਤੇ ਇਸ ਨੋਟਿਸ ਤੋਂ ਬਾਅਦ ਕੀ ਹੁਣ ਰਾਜਨੀਤੀ ਵਿੱਚ ਕੋਈ ਵੱਡਾ ਫੇਰ ਬਦਲ ਹੋ ਸਕਦਾ ਹੈ ਜਾਂ ਫਿਰ ਨਹੀਂ। ਗੱਲਬਾਤ ਇਸ ਦੇ ਉੱਪਰ ਵੀ ਤੇ ਗੱਲਬਾਤ ਕਰਾਂਗੇ ਭਗਵੰਤ ਮਾਨ ਦੀ। ਸੀਐਮ ਪੰਜਾਬ ਜਿਨ੍ਹਾਂ ਦੇ ਵੱਲੋਂ ਵਿਰੋਧੀਆਂ ਨੂੰ ਇੱਕ ਕਰਾਰਾ ਜਵਾਬ ਦਿੱਤਾ ਗਿਆ ਹੈ। ਕਿਸ ਮਾਮਲੇ ਦੇ ਉੱਪਰ ਵਿਰੋਧੀਆਂ ਨੂੰ ਜਵਾਬ ਦਿੱਤਾ ਗਿਆ ਹੈ ਤੇ ਜਿਸ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਹੈ ਕਿ ਸਰਕਾਰ ਹੁਣ ਆਪਣੇ ਸਟੈਂਡ ਦੇ ਉੱਪਰ ਖਰੀ ਰਹਿ ਪਾਏਗੀ ਜਾਂ ਫਿਰ ਨਹੀਂ। ਗੱਲਬਾਤ ਇਸ ਦੇ ਉੱਪਰ ਵੀ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਰ, ਇੱਕ ਬਿੱਲ ਜਿਸ ਬਿੱਲ ਨੇ ਦੇਸ਼ ਦੀ ਰਾਜਨੀਤੀ ਨੂੰ ਸਿਰਾ ਲਗਾ ਕੇ ਰੱਖਿਆ ਹੋਇਆ ਜਾਂ ਫਿਰ ਕਿ ਪੂਰਨ ਤੌਰ ਤੇ ਗਰਮਾਹਟ ਇਸ ਬਿੱਲ ਦੀ ਪੂਰੇ ਦੇਸ਼ ਦੇ ਵਿੱਚ ਹੈ। ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਨਾਲ ਦਿੱਲੀ ਵਾਲਾ ਆਰਡੀਨੈਂਸ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੇ ਦੇਸ਼ ਦੇ ਵਿੱਚ ਘੁੰਮੀ। ਇਸ ਦੇ ਵਿਰੋਧ ਦੇ ਵਿੱਚ ਵਿਰੋਧੀ ਦਲਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਸਮਰਥਨ ਜਤਾਉਣ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ਾਂ ਦੇ ਬਾਵਜੂਦ ਲੋਕ ਸਭਾ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ। ਲੇਕਿਨ ਅੱਜ ਇੱਕ ਵਾਰ ਫਿਰ ਤੋਂ ਵੱਡਾ ਇਮਤਿਹਾਨ ਰਾਜ ਸਭਾ ਦੇ ਵਿੱਚ ਹੈ, ਕਿਉਂਕਿ ਰਾਜ ਸਭਾ ਦੇ ਵਿੱਚ ਇਹ ਅੱਜ ਬਿੱਲ ਪੇਸ਼ ਹੋਵੇਗਾ। ਅਮਿਤ ਸ਼ਾਹ ਦੇ ਵੱਲੋਂ ਇਹ ਬਿੱਲ ਭੇਜ ਦਿੱਤਾ ਜਾਏਗਾ, ਰਾਜ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਜਾਏਗਾ। ਤੇ ਹੁਣ ਕੀ ਇਸ ਬਿੱਲ ਦੇ ਉੱਪਰ, ਇਸ ਬਿੱਲ ਨੂੰ ਵਿਰੋਧੀਆਂ ਦੇ ਵੱਲੋਂ ਇਮਤਿਹਾਨ ਦੀ ਘੜੀ ਦੇ ਵਿੱਚ ਇਸ ਬਿੱਲ ਨੂੰ ਰੋਕ ਦਿੱਤਾ ਜਾਏਗਾ? ਕੀ ਇੰਨਾ ਸਮਰਥਨ ਆਮ ਆਦਮੀ ਪਾਰਟੀ ਜੁਟਾ ਸਕੀ ਹੈ ਕਿ ਇਸ ਬਿੱਲ ਦੇ ਵਿਰੋਧ ਦੇ ਵਿੱਚ ਉਹ ਬਾਕੀ ਸਾਰੀਆਂ ਪਾਰਟੀਆਂ ਨੂੰ ਖੜਾ ਕਰ ਸਕਣ? ਕਿਵੇਂ ਦੇਖ ਰਹੇ ਹੋ? ਕਿਉਂਕਿ ਵੱਡਾ ਇਮਤਿਹਾਨ ਹੈ। ਲੋਕ ਸਭਾ ਵਿੱਚ ਬਿੱਲ ਪਾਸ ਹੋਇਆ, ਰਾਜ ਸਭਾ ਦੇ ਵਿੱਚ ਪਾਸ ਹੋਵੇਗਾ ਜਾਂ ਫਿਰ ਵਿਰੋਧੀ ਦਲ ਰੋਕ ਲੈਣਗੇ ਇਸ ਬਿੱਲ ਨੂੰ? ਕਿਵੇਂ ਦੇਖ ਰਹੇ ਇਸ ਇਮਤਿਹਾਨ ਨੂੰ? ਲਖਵਿੰਦਰ ਜੀ, ਅੱਜ ਦਾ ਦਿਨ ਵਾਕਿਆ ਹੀ ਬੜਾ ਮਹੱਤਵਪੂਰਨ ਹੈ ਭਾਰਤੀ ਰਾਜਨੀਤੀ ਦੇ ਸੰਦਰਭ ਵਿੱਚ, ਜਾਂ ਭਾਰਤੀ ਦੀ ਰਾਜਨੀਤੀ ਜਿਹੜੀ ਮੌਜੂਦਾ ਰਾਜਨੀਤੀ ਹੈ ਇਹਦੇ ਵਿੱਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈਗਾ। ਇਹ ਦਿਨ ਇਹ ਨਿਸ਼ਚਿਤ ਕਰੇਗਾ ਕਿ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਇਲਜ਼ਾਮ ਲਾਉਂਦੀਆਂ ਨੇ ਕਿ ਲੋਕਤੰਤਰੀ ਕਦਰਾਂ ਕੀਮਤਾਂ ਜਾਂ ਸੰਵਿਧਾਨਕ ਕਦਰਾਂ ਕੀਮਤਾਂ ਦਾ ਅੰਤ ਕਰ ਰਹੀ ਹੈ ਕੇਂਦਰ ਸਰਕਾਰ, ਕੀ ਇਸ ਪੱਖ ਤੋਂ ਕੇਂਦਰ ਸਰਕਾਰ ਦੀ ਜਿੱਤ ਹੋਵੇਗੀ ਜਾਂ ਫਿਰ ਵਿਰੋਧੀ ਅੱਜ ਜਿਹੜੀ ਕੇਂਦਰ ਦੀ ਸਰਕਾਰ ਹੈ ਉਸ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਕਰਨ ਤੋਂ ਰੋਕ ਸਕਣਗੇ? ਭਾਵ ਬਿੱਲ ਦਾ, ਜਿਸ ਬਿੱਲ ਦੀ ਤੁਸੀਂ ਗੱਲ ਕਰ ਰਹੇ ਹੋ। ਤੋਂ ਅੱਜ ਦਾ ਦਿਨ ਬੜਾ ਮਹੱਤਵਪੂਰਨ ਦਿਨ ਹੈ। ਬੀਤੇ ਦਿਨ ਜਿਹੜਾ ਬਿੱਲ ਸੀ ਆਪਾਂ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਕਿ ਜਿਹਦੇ ਵਿੱਚ ਇਹ ਸੀ ਮੁੱਖ ਕਿ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੂੰ ਬਦਲੀਆਂ ਨਿਯੁਕਤੀਆਂ ਕਰਨ ਦਾ ਪੂਰਨ ਤੌਰ ਤੇ ਅਧਿਕਾਰ ਹੋਵੇਗਾ। ਜਿਹੜੀ ਦਿੱਲੀ ਸਰਕਾਰ ਆਪਣੇ ਪੱਧਰ ਤੇ ਕੁਝ ਨਹੀਂ ਕਰ ਸਕੇਗੀ। ਇਸ ਗੱਲ ਨੂੰ ਲੈ ਕੇ ਜਦੋਂ ਇਹ ਬਿੱਲ ਦੀ ਚਰਚਾ ਹੋਈ ਤਾਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ 'ਚ ਗਈ। ਸੁਪਰੀਮ ਕੋਰਟ 'ਚ ਜਿਹੜਾ ਫੈਸਲਾ ਸੀ ਆਮ ਆਦਮੀ ਪਾਰਟੀ ਦੇ ਹੱਕ 'ਚ ਆਇਆ, ਪਰ ਉਸ ਤੋਂ ਅੱਗੇ ਜਾਂਦਿਆਂ ਹੋਇਆਂ ਇਹ ਬਿੱਲ ਜਿਹੜਾ ਆਰਡੀਨੈਂਸ ਲਿਆਉਣ ਦੀ ਯੋਜਨਾ ਜਿਹੜੀ ਬਣਾ ਲਈ ਗਈ ਤਾਂ ਲੋਕ ਸਭਾ 'ਚ ਭਾਜਪਾ ਵੱਲੋਂ ਇਸ ਬਿੱਲ ਨੂੰ ਪੇਸ਼ ਕੀਤਾ ਗਿਆ ਤਾਂ ਲੋਕ ਸਭਾ 'ਚ ਤਾਂ ਇਹ ਬਿੱਲ ਪਾਸ ਹੋ ਗਿਆ। ਹੁਣ ਵਿਰੋਧੀ ਦਲਾਂ ਦੀ ਤੁਸੀਂ ਗੱਲ ਕਰ ਰਹੇ, ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਬਿੱਲ ਨੂੰ ਲੈ ਕੇ ਕਾਫੀ ਚਿੰਤਤ ਨੇ। ਬੀਤੇ ਦਿਨਾਂ 'ਚ ਉਹਨਾਂ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਜਿਹੜਾ ਯਤਨ ਕੀਤਾ ਔਰ ਆਪ ਵੀ ਉਸ ਦਾ ਹਿੱਸਾ ਬਣੇ, ਔਰ ਉਸ ਹਿੱਸੇ ਦਾ ਜਿਹੜਾ ਉਹ ਪਲੇਟਫਾਰਮ ਬਣਿਆ ਉਸ ਦਾ ਨਾਮ ਜਿਹੜਾ ਇੰਡੀਆ ਬਣਿਆ। ਵਿਰੋਧੀ ਵੱਲੋਂ ਜਿਹੜੇ 26 ਦਲ ਜਿਹੜੇ ਇਕੱਠੇ ਹੋਏ ਤਾਂ ਅਰਵਿੰਦ ਕੇਜਰੀਵਾਲ ਦੀ ਸ਼ਰਤ ਇਹ ਸੀ ਕਿ ਤੁਸੀਂ ਰਾਜ ਸਭਾ ਦੇ ਵਿੱਚ ਇਸ ਬਿੱਲ ਦੇ ਵਿਰੋਧ ਵਿੱਚ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦਿਓ। ਤਾਂ ਕੁਦਰਤੀ ਤੌਰ ਤੇ ਪਹਿਲਾਂ ਕਾਂਗਰਸ ਨੇ ਇਸ ਮੁੱਦੇ ਦੇ ਆਪਣਾ ਜਿਹੜਾ ਪੱਤੇ ਜਿਹੜੇ ਨਹੀਂ ਸਨ ਖੋਲ੍ਹੇ, ਪਰ ਫਿਰ ਰਾਜਨੀਤੀ ਦੀ ਬਦਲਦੀ ਕਰਵਟ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਇਸ ਬਿੱਲ ਦੇ ਵਿਰੋਧ ਵਿੱਚ ਜਾਣ ਦਾ ਫੈਸਲਾ ਜਿਹੜਾ ਕੀਤਾ, ਜਿੱਥੋਂ ਇਹ ਵੀ ਪਤਾ ਲੱਗਾ ਕਿ ਸ਼ਾਇਦ ਜਿਹੜਾ ਇਹ ਗੱਠਜੋੜ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਲੋਕ ਸਭਾ ਦੀਆਂ ਚੋਣਾਂ ਤੱਕ ਵੀ ਚੱਲੇ। ਇਹੋ ਜਿਹੀਆਂ ਗੱਲਾਂ ਪਤਾ ਬਹੁਤ ਹੋ ਗਿਆ। ਖੈਰ, ਮੈਂ ਆਪਣੇ ਮੇਨ ਮੁੱਦੇ ਤੇ ਆਉਣਾ। ਅੱਜ ਇਹ ਬਿੱਲ ਰਾਜ ਸਭਾ ਦੇ ਵਿੱਚ ਪੇਸ਼ ਹੋਵੇਗਾ। ਰਾਜ ਸਭਾ ਦੇ ਵਿੱਚ ਜਿਸ ਤਰੀਕੇ ਦੀ ਸਥਿਤੀ ਹੈਗੀ ਆ ਉਹਦੇ ਅਨੁਸਾਰ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਬਿੱਲ ਦੇ ਪਾਸ ਹੋਣ ਦੇ ਜਿਹੜੇ ਅਸਾਰ ਜਿਹੜੇ ਨੇ ਉਹ ਉਨੇ ਹੈ ਨੇ ਕਿ ਬਿੱਲ ਸ਼ਾਇਦ ਇਹ ਜਿਸ ਤਰੀਕੇ ਦੀਆਂ ਸਥਿਤੀਆਂ ਨੇ ਇਸ ਰਾਜ ਸਭਾ ਦੇ ਵਿੱਚ ਦੋ ਪਾਰਟੀਆਂ ਜਿਹੜੀਆਂ ਨੇ ਉਹ
ਜਿਹੜਾ ਇੰਡੀਆ ਗਰੁੱਪ ਜਿਹੜਾ ਬਣਿਆ ਉਸ ਦਾ ਹਿੱਸਾ ਨਹੀਂ ਹਨ। ਇੱਕ ਤਾਂ ਵੀ ਆਰ ਸਟੱਡੀ ਜਿਹੜੀ ਹੈ ਉਸ ਦੀ ਪਾਰਟੀ, ਤੇ ਇੱਕ ਉੜੀਸਾ ਦੀ ਜਿਹੜੀ ਆ ਪਾਰਟੀ ਜਿਹੜੀ ਹੈ ਜਿੱਦਾਂ ਉਹਨਾਂ ਦਾ ਰਾਜ ਜਿਹਨਾਂ ਦਾ ਹੈ ਉੜੀਸਾ ਦੇ ਵਿੱਚ ਬਿਜੂ, ਜੇ ਮੈਂ ਗਲਤ ਨਾ ਹੋਵਾਂ ਬਿਜੂ ਪਟਨਾਇਕ ਦਲ ਦੀ ਗੱਲ ਜਿਹੜੀ ਮੈਂ ਕਰ ਰਿਹਾ, ਉਹਨਾਂ ਦੀ ਸਥਿਤੀ ਜਿਹੜੀ ਆ ਉਹ ਅਲੱਗ ਨੇ, ਉਹ ਨਿਰਪੱਖ ਨੇ, ਨਾ ਉਹ ਐਨਡੀਏ ਦੇ ਖੇਮੇ 'ਚ ਨੇ ਤੇ ਨਾ ਹੀ ਇੰਡੀਆ ਦੇ ਖੇਮੇ 'ਚ ਨੇ। ਹੁਣ ਰਾਜ ਸਭਾ ਦੀ ਜਿਹੜੀ ਸਥਿਤੀ ਹੈਗੀ ਆ, ਰਾਜ ਸਭਾ ਦੀ ਸਥਿਤੀ ਕਾਂਗਰਸ ਦੇ ਹੱਥ ਮੇਨ ਜਿਹੜੀ ਆ ਕੁੰਜੀ ਜਿਹੜੀ ਹੈਗੀ ਆ, ਕਿਉਂਕਿ ਕਾਂਗਰਸ ਕੋਲ ਰਾਜ ਸਭਾ ਦੇ ਮੈਂਬਰ ਬਾਕੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਨੇ। ਤਾਂ ਇਹ ਜਿਹੜਾ ਗਣਿਤ ਹੈਗਾ ਰਾਜ ਸਭਾ ਦੇ ਮੈਂਬਰਾਂ ਦਾ, ਗਣਿਤ ਦੇ ਅਨੁਸਾਰ ਜਿਹੜੀਆਂ ਸਥਿਤੀਆਂ ਨੇ ਇਸ ਤਰੀਕੇ ਨਾਲ ਮਹਿਸੂਸ ਹੁੰਦੀਆਂ ਨੇ ਕਿ ਜੇਕਰ ਉਹ ਦੋ ਪਾਰਟੀਆਂ ਜਿਹੜੀਆਂ ਪੂਰਨ ਤੌਰ ਤੇ ਨਿਰਪੱਖ ਨੇ, ਨਾ ਉਹ ਐਨਡੀਏ ਦੇ ਨਾਲ ਨੇ ਤੇ ਨਾ ਹੀ ਉਹ ਇੰਡੀਆ ਦੇ ਨਾਲ ਨੇ, ਜੇਕਰ ਉਹ ਇਸ ਬਿੱਲ ਦੇ ਵਿਰੋਧ ਵਿੱਚ ਇੰਡੀਆ ਦਾ ਸਾਥ ਦਿੰਦੇ ਨੇ, ਐਨਡੀਏ ਦੀ ਭਾਜਪਾ ਨੂੰ ਛੱਡ ਕੇ ਦੂਜੀ ਧਿਰ ਦਾ ਸਾਥ ਦੇ ਦਿੰਦੇ ਨੇ, ਤਾਂ ਫਿਰ ਤਾਂ ਲਖਵਿੰਦਰ ਜੀ ਇਹ ਬਿੱਲ ਜਿਹੜਾ ਰਾਜ ਸਭਾ 'ਚ ਡਿੱਗ ਪਏਗਾ ਕਿ ਇਹ ਪਾਸ ਜਿਹੜਾ ਨਹੀਂ ਹੋਵੇਗਾ। ਤੇ ਜੇਕਰ ਉਹ ਦੋਵੇਂ ਪਾਰਟੀਆਂ ਚੁੱਪ ਰਹਿੰਦੀਆਂ ਨੇ ਤਾਂ ਫਿਰ ਇਹ ਜਿਹੜੀ ਸਥਿਤੀ ਆ ਇਹ ਕੁਝ ਵੀ ਰੂਪ ਜਿਹੜਾ ਅਖਤਿਆਰ ਕਰ ਸਕਦੀ ਹੈ, ਕਿਉਂਕਿ ਭਾਜਪਾ ਨੇ ਵੀ ਇਸ ਬਿੱਲ ਨੂੰ ਪਾਸ ਕਰਾਉਣ ਵਾਸਤੇ ਅੱਡੀ ਚੋਟੀ ਤੱਕ ਦਾ ਜ਼ੋਰ ਜਿਹੜਾ ਉਹਨਾਂ ਨੇ ਲਾਉਣਾ ਹੈਗਾ, ਕਿਉਂਕਿ ਰਾਜ ਸਭਾ 'ਚ ਤਾਂ ਉਹ ਇਸ ਨੂੰ ਪਾਸ ਕਰਵਾ ਚੁੱਕੇ ਆ, ਆਪਾਂ ਨਾ ਲੋਕ ਸਭਾ ਵਿੱਚ ਤਾਂ ਪਾਸ ਕਰਾ ਚੁੱਕੇ ਨੇ, ਤੇ ਪਾਸ ਹੋ ਜਾਣ ਦੀ ਉੱਥੇ ਉਮੀਦ ਵੀ ਸੀ, ਕਿਉਂਕਿ ਉੱਥੇ ਜਿਹੜਾ ਅੰਕੜਾ ਸੀ ਬਹੁਮਤ ਦਾ ਅੰਕੜਾ ਉਹ ਭਾਜਪਾ ਕੋਲ ਉੱਥੇ ਮੌਜੂਦ ਸੀ। ਇੱਥੇ ਸ਼ਾਇਦ ਉਹ ਅੰਕੜਾ ਭਾਜਪਾ ਕੋਲ ਮਜਬੂਰ ਨਹੀਂ ਹੈ, ਪਰ ਇਹ ਸਭ ਦੇ ਬਾਵਜੂਦ ਵੀ ਜਿਹੜੀਆਂ ਸਥਿਤੀਆਂ ਨੇ ਉਹ ਏਡੀਆਂ ਸੌਖੀਆਂ ਲੱਗ ਨਹੀਂ ਰਹੀਆਂ ਅਰਵਿੰਦ ਕੇਜਰੀਵਾਲ ਦੇ ਪਖਵਾੜੇ ਦੀ ਗੱਲ ਕਰੀਏ, ਕਿਉਂਕਿ ਅਜੇ ਵੀ ਜਿਹੜਾ ਅੰਕੜਾ ਹੈ ਰਾਜ ਸਭਾ ਮੈਂਬਰਾਂ ਦਾ ਉਹ ਉਸ ਸਥਿਤੀ ਤੱਕ ਨਹੀਂ ਪਹੁੰਚਦਾ ਕਿ ਜਿੱਥੇ ਇਸ ਬਿੱਲ ਨੂੰ ਰਾਜ ਸਭਾ ਵਿੱਚ ਡਿੱਗਿਆ ਜਾ ਸਕੇ। ਹਾਂ, ਇਹਨਾਂ ਦੀ ਜਿਹੜੀ ਅਸਲ ਪੂੰਜੀ ਆ ਉਹ ਜੇਕਰ ਦੋ ਪਾਰਟੀਆਂ ਕਿਸੇ ਉਸ ਮੌਕੇ ਤੇ ਆਣ ਕੇ ਉਸ ਬਿੱਲ ਦੇ ਵਿਰੋਧ ਵਿੱਚ ਖਲੋ ਜਾਂਦੀਆਂ ਤਾਂ ਫਿਰ ਲਖਵਿੰਦਰ ਜੀ ਕੁਝ ਨਾ ਕੁਝ ਜ਼ਰੂਰ ਹੋਵੇਗਾ। ਸੋ ਅੱਜ ਦਾ ਦਿਨ ਇਹਦੇ ਉੱਤੇ ਜ਼ਰੂਰ ਨਜ਼ਰਾਂ ਜਿਹੜੀਆਂ ਟਿਕੀਆਂ ਰਹਿਣਗੀਆਂ, ਕਿਉਂਕਿ ਇਸ ਬਿੱਲ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਨੇ ਕੌਮੀ ਰਾਜਨੀਤੀ ਦੇ ਵਿੱਚ ਅਸੀਂ ਕਹਿ ਸਕਦੇ ਕਿ ਉਹ ਪ੍ਰਵੇਸ਼ ਕੀਤਾ। ਲੋਕ ਸਭਾ ਦੀਆਂ ਚੋਣਾਂ ਦੇ ਸੰਦਰਭ ਤੇ ਜਿਹੜਾ ਇਸ ਵੇਲੇ ਪਹਿਲਾਂ ਯੂਪੀਏ ਹੁੰਦਾ ਸੀ, ਫਿਰ ਇੰਡੀਆ ਬਣਿਆ, 26 ਪਾਰਟੀਆਂ ਦਾ ਜਿਹੜਾ ਇਕੱਠ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਸ਼ਮੂਲੀਅਤ ਵੀ ਕੀਤੀ। ਤਾਂ ਇਸ ਬਿੱਲ ਦੇ ਵਿਰੋਧ ਵਿੱਚ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਸ਼ ਦੇ ਸਾਰਿਆਂ ਰਾਜਾਂ ਦਾ ਉਹਨਾਂ ਨੇ ਦੌਰਾ ਕੀਤਾ ਤੇ ਸਮਰਥਨ ਜਤਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਸਾਰਿਆਂ ਨੇ ਸਮਰਥਨ ਦਿੱਤਾ, ਪਰ ਅਖੀਰ ਜਿਹੜੀ ਕਾਂਗਰਸ ਪਾਰਟੀ ਜਿਹੜੀ ਸੀ ਇਸ ਮੁੱਦੇ ਤੇ ਉਹਨਾਂ ਨਾਲ ਖਲੋਤੀ ਨਜ਼ਰ ਪਹਿਲਾਂ ਨਹੀਂ ਸੀ ਆ ਰਹੀ, ਪਰ ਬਾਅਦ ਵਿੱਚ ਉਹ ਵੀ ਉਹਨਾਂ ਜਦੋਂ ਬੰਗਲੌਰ 'ਚ ਮੀਟਿੰਗ ਹੁੰਦੀ ਆ ਉਹ ਤਾਂ ਉਹਦੇ ਵਿੱਚ ਜਦੋਂ ਕਾਂਗਰਸ ਨੇ ਫੈਸਲਾ ਕੀਤਾ ਕਿ ਇਸ ਬਿੱਲ ਦੇ ਵਿਰੋਧ ਵਿੱਚ ਆਪਣਾ ਵੋਟ ਦੇਣਗੇ ਤਾਂ ਫਿਰ ਜਿਹੜੀਆਂ ਸਥਿਤੀਆਂ ਉਹ ਬਦਲੀਆਂ। ਸੋ ਅੱਜ ਰਾਜ ਸਭਾ ਦੇ ਵਿੱਚ ਇਹ ਦ੍ਰਿਸ਼ ਵੇਖਣ ਵਾਲਾ ਹੋਵੇਗਾ ਕਿ ਇਹ ਬਿੱਲ ਡਿੱਗਦਾ ਆ ਜਾਂ ਪਾਸ ਹੁੰਦਾ ਆ। ਨਜ਼ਰਾਂ ਇਹਦੇ ਉੱਤੇ ਅੱਜ ਸਾਰਾ ਦਿਨ ਜ਼ਰੂਰ ਟਿਕਿਆ ਰਹੇਗੀ। ਤਾਂ ਬਿਲਕੁਲ ਸਰ, ਤੁਸੀਂ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਾਂ ਉਹਨਾਂ ਐਮਪੀਆਂ ਦੀ ਗੱਲ ਕੀਤੀ ਹੈ ਜਿਹੜੇ ਨਾ ਐਨਡੀਏ ਦਾ ਹਿੱਸਾ ਨੇ ਤੇ ਨਾ ਹੀ ਇੰਡੀਆ ਅਲਾਈਅੰਸ ਦਾ ਹਿੱਸਾ ਨੇ, ਉਹ ਪਾਰਟੀਆਂ ਦੀ ਗੱਲ ਕੀਤੀ ਹੈ ਤੁਸੀਂ। ਲੇਕਿਨ ਜੇਕਰ ਦਿੱਲੀ ਦੇ ਸਾਬਕਾ ਐਮਪੀ ਸੰਦੀਪ ਦੀਕਸ਼ਿਤ ਦੀ ਗੱਲ ਕਰੀਏ, ਜਿਸ ਤਰੀਕੇ ਦੇ ਨਾਲ ਉਹ ਹਰ ਪ੍ਰਤੀ ਦਿਨ ਕਾਂਗਰਸ ਤੇ ਇਹ ਗੱਲ ਕਰ ਰਹੇ ਨੇ ਵੀ ਕਾਂਗਰਸ ਤਾਂ ਆਮ ਆਦਮੀ ਪਾਰਟੀ ਦੇ ਨਾਲ ਹੈ ਹੀ ਨਹੀਂ, ਉਹਨਾਂ ਦੇ ਬਿਆਨਾਂ ਨੂੰ ਕਿਵੇਂ ਮੰਨੀਏ? ਕਿ ਇਹ ਉਹਨਾਂ ਦੀ ਪਰਸਨਲ ਰਾਏ ਹੋ ਸਕਦੀ ਹੈ ਜਾਂ ਫਿਰ ਜਦੋਂ ਹੁਣ ਰਾਹਤ ਮਿਲੀ ਹੈ ਰਾਹੁਲ ਗਾਂਧੀ ਨੂੰ ਉਸ ਤੋਂ ਬਾਅਦ, ਕਿਉਂਕਿ ਉਸ ਤੋਂ ਬਾਅਦ ਇਹ ਬਿਆਨ ਆਉਣੇ ਸ਼ੁਰੂ ਹੋਏ ਤਾਂ ਲਗਾਤਾਰ ਇੱਕ ਤੋਂ ਇੱਕ ਬਾਅਦ ਬਿਆਨ ਦੀਕਸ਼ਿਤ ਸਾਹਿਬ ਦਾ ਆ ਰਿਹਾ ਹੈਗਾ ਤੇ ਆ ਵੀ ਇਹ ਰਿਹਾ ਵੀ ਸਾਡਾ ਕੋਈ ਸਮਝੌਤਾ ਨਹੀਂ ਆਮ ਆਦਮੀ ਪਾਰਟੀ ਦੇ ਨਾਲ। ਕਿਵੇਂ ਦੇਖ ਰਹੇ ਹੋ ਕਿ ਇਸ ਰਾਜ ਸਭਾ ਦੇ ਵਿੱਚ ਅੱਜ ਜੋ ਇਮਤਿਹਾਨ ਹੋਣਾ ਉਹਦੇ ਵਿੱਚ ਸੱਚਮੁੱਚ ਕਾਂਗਰਸ ਪੂਰਨ ਤੌਰ ਤੇ ਇਸ ਬਿੱਲ ਦੇ ਖਿਲਾਫ ਖੜੇਗੀ? ਇਹ ਵੀ ਇੱਕ ਵੱਡਾ ਸਵਾਲ ਹੈ। ਲਖਵਿੰਦਰ ਜੀ, ਬੜਾ ਵਧੀਆ ਤੁਸੀਂ ਸਵਾਲ ਕੀਤਾ। ਮੈਂ ਪਹਿਲਾਂ ਹੀ ਗੱਲ ਕੀਤੀ ਕਿ ਅੱਜ ਦਾ ਦਿਨ ਜਿਹੜਾ ਨਾ ਭਾਰਤੀ ਰਾਜਨੀਤੀ ਦੇ ਵਿੱਚ ਬੜਾ ਮਹੱਤਵਪੂਰਨ ਦਿਨ ਆ। ਅੱਜ ਇਹ ਪਤਾ ਲੱਗ ਜਾਏਗਾ ਕਿ ਜਿਹੜਾ ਇੰਡੀਆ ਨਾਮ ਦਾ ਅਲਾਈਅੰਸ ਹੋਇਆ ਕੀ ਉਹ ਵਾਕਿਆ ਦਿਲੋਂ ਹੋਇਆ ਸੀ ਜਾਂ ਵਕਤੀ ਤੌਰ ਤੇ ਉਹ ਕੇਵਲ ਬਿਆਨਬਾਜ਼ੀ ਸੀ। ਤੁਸੀਂ ਸਿਰਫ ਤੇ ਸਿਰਫ ਸੰਦੀਪ ਦੀਕਸ਼ਿਤ ਦੀ ਗੱਲ ਕਰ ਰਹੇ ਜੇ ਕਿ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਕੋਈ ਕਿਸੇ ਵੀ ਕਿਸਮ ਦਾ ਉਹਨਾਂ ਨਾਲ ਸਮਝੌਤਾ ਨਹੀਂ ਹੋਇਆ। ਤੁਸੀਂ ਉਹਨਾਂ ਦੀ ਗੱਲ ਛੱਡ ਦਿਓ, ਤੁਸੀਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਓ ਜਿਹੜੇ ਪੰਜਾਬ ਵਿੱਚ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ। ਉਹ ਵੀ ਹਰ ਸਟੇਜ ਤੇ ਹਰ ਪਲੇਟਫਾਰਮ ਤੇ ਇਹੋ ਹੀ ਗੱਲ ਕਹਿੰਦੇ ਨੇ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਨਹੀਂ ਹੈਗਾ, ਨਾ ਹੋ ਸਕਦਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਹੁਣ ਇਹ ਤਾਂ ਮਾਨ ਸਾਹਿਬ ਅੱਜ ਪੂਰਨ ਤੌਰ ਤੇ ਸਥਿਤੀ ਜਿਹੜੀ ਆ ਉਹ ਸਾਫ਼ ਹੋ ਜਾਵੇਗੀ। ਜੇਕਰ ਕਾਂਗਰਸ ਇਸ ਬਿੱਲ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦਿੰਦੀ ਆ ਤਾਂ ਇਸ ਤੋਂ ਸਾਫ਼ ਤੇ ਜ਼ਾਹਿਰ ਆ ਕਿ ਅੰਦਰ ਖਾਤੇ ਸਮਝੌਤਾ ਫਿਰ ਹੋ ਚੁੱਕਾ। ਤੇ ਜੇ ਐਨ ਮੌਕੇ ਤੇ ਜੇਕਰ ਕਾਂਗਰਸ ਇਹੋ ਜਿਹਾ ਸਮਰਥਨ ਦੇਣ ਤੋਂ ਇਨਕਾਰ ਕਰਦੀ ਆ ਜਾਂ ਇਸ ਦੇ ਸੰਬੰਧਿਤ ਕੁਝ ਰਾਜ ਸਭਾ ਮੈਂਬਰ ਪੇਸ਼ ਹੀ ਨਹੀਂ ਹੁੰਦੇ ਤਾਂ ਭਾਵ ਫਿਰ ਇਹੋ ਹੀ ਆ ਕਿ ਅੰਦਰ ਖਾਤੇ ਇੱਕ ਧੋਬੀ ਭਟਕਾ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਵੀ ਦਿੱਤਾ ਜਾਣ ਦਾ ਮੂਡ ਸੀ। ਜਿਸ ਤਰੀਕੇ ਨਾਲ ਬੀਤੇ ਦੌਰ 'ਚ ਪੰਜਾਬ ਵਿੱਚ
ਸਾਬਕਾ ਕਾਂਗਰਸੀ ਮੰਤਰੀਆਂ ਜਾਂ ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਟਾਰਗੇਟ ਕਰ ਰਹੀ ਆ, ਸ਼ਾਇਦ ਰਾਜ ਸਭਾ ਦੇ ਵਿੱਚ ਇਹ ਬਦਲਾਅ ਲੈਣ ਦੀ ਪ੍ਰਵਿਰਤੀ ਵੀ ਸਾਹਮਣੇ ਆ ਸਕਦੀ ਕਿ ਸਥਿਤੀਆਂ ਜਦੋਂ ਐਨ ਮੌਕੇ ਤੇ ਹੀ ਉਹਨਾਂ ਦੇ ਰਾਜ ਸਭਾ ਮੈਂਬਰਾਂ ਦੀ ਸ਼ਮੂਲੀਅਤ ਹੀ ਨਾ ਕਰਵਾਈ ਜਾਵੇ, ਜਾਂ ਹਾਲਾਂਕਿ ਅਜੇ ਤੱਕ ਵਿਪ ਜਿਹੜਾ ਜਾਰੀ ਨਹੀਂ ਹੋਇਆ, ਇਹ ਵੀ ਸਥਿਤੀ ਹੈਗੀ ਆ ਕਿ ਸਾਰੇ ਮੈਂਬਰ ਜਿਹੜੇ ਮੌਜੂਦ ਹੋਣਗੇ ਕਾਂਗਰਸ, ਅਜੇ ਰਾਜ ਸਭਾ ਵੱਲੋਂ ਕੋਈ ਵਿਪ ਜਿਹੜਾ ਕਾਂਗਰਸ ਪਾਰਟੀ ਵੱਲੋਂ ਆਪਣੇ ਰਾਜ ਸਭਾ ਮੈਂਬਰਾਂ ਨੂੰ ਕੋਈ ਅਜਿਹਾ ਵਿਪ ਜਾਰੀ ਨਹੀਂ ਕੀਤਾ ਗਿਆ। ਤਾਂ ਅਜਿਹੀ ਸਥਿਤੀ ਦੇ ਵਿੱਚ ਸ਼ੰਕੇ ਜਿਹੜੇ ਨੇ ਆਪਣੇ ਲਖਵਿੰਦਰ ਜੀ ਜ਼ਰੂਰ ਬਰਕਰਾਰ ਰਹਿਣਗੇ। ਅਸਲ ਭੂਮਿਕਾ ਤਾਂ ਫਿਰ ਉਦੋਂ ਪਤਾ ਲੱਗੇ ਕਿ ਹਾਂ ਭਈ ਸਮਝੌਤਾ ਹੋਇਆ ਜਾਂ ਨਹੀਂ ਹੋਇਆ। ਜੇਕਰ ਕਾਂਗਰਸ ਪਾਰਟੀ ਅੱਜ ਇਸ ਬਿੱਲ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਖਲੋਂਦੀ ਹੈ ਤਾਂ ਫਿਰ ਤਾਂ ਜੱਗ ਜ਼ਾਹਰ ਆ ਕਿ ਫਿਰ ਲੋਕ ਸਭਾ ਤੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਇੰਡੀਆ ਗਰੁੱਪ ਦਾ ਹਿੱਸਾ ਬਣ ਕੇ ਕਾਂਗਰਸ ਦੇ ਨਾਲ ਚੋਣਾਂ ਲੜੇਗੀ। ਪਰ ਜੇ ਐਨ ਮੌਕੇ ਤੇ ਕਾਂਗਰਸ ਕੋਈ ਅਜਿਹਾ ਚਮਤਕਾਰ ਤਾਰਾ ਕੰਮ ਜੇਕਰ ਅਜਿਹਾ ਧੋਬੀ ਪਟਕਾ ਦੇ ਦਿੰਦੀ ਆ ਤਾਂ ਫਿਰ ਭਾਰਤੀ ਰਾਜਨੀਤੀ ਦੀ ਜਿਹੜੀਆਂ ਅਗਲੀਆਂ ਸਥਿਤੀਆਂ ਨੇ ਉਹ ਤੁਸੀਂ ਵੇਖਿਓ ਉਹ ਹੋਰ ਹੀ ਰੂਪ ਅਖਤਿਆਰ ਕਰਦੀਆਂ ਨਜ਼ਰ ਆਉਣਗੀਆਂ। ਜੀ ਬਿਲਕੁਲ ਬਿਲਕੁਲ, ਅੱਜ ਸਥਿਤੀ ਕਲੀਅਰ ਹੋ ਜਾਏਗੀ। ਤੇ ਨਾਲ ਹੀ ਨਾਲ ਵਿਰੋਧੀ ਦਲਾਂ ਨੂੰ ਆਪਾਂ ਇੱਕ ਨੋਟਿਸ ਦੀ ਗੱਲ ਵੀ ਕਰ ਲਈਏ, ਕਿਉਂਕਿ ਜਿੱਥੇ ਵਿਰੋਧੀ ਦਲਾਂ ਦਾ ਅੱਜ ਇਮਤਿਹਾਨ ਹੈ ਉੱਥੇ ਇੱਕ ਇਮਤਿਹਾਨ ਦੀ ਘੜੀ ਹਾਈ ਕੋਰਟ ਨੇ ਵੀ, ਦਿੱਲੀ ਹਾਈ ਕੋਰਟ ਨੇ ਵੀ ਇੰਡੀਆ ਅਲਾਇੰਸ ਜੋ ਨਵਾਂ ਅਲਾਇੰਸ ਬਣਿਆ 26 ਵਿਰੋਧੀ ਦਲਾਂ ਦਾ, ਉਹਨਾਂ ਸਾਹਮਣੇ ਖੜੀ ਕੀਤੀ ਹੈ ਦੁਚਿੱਤੀ ਵਾਲੀ, ਕਿਉਂਕਿ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ। ਉਹ ਨੋਟਿਸ ਕਿਸ ਕਾਰਨ ਜਾਰੀ ਕੀਤਾ ਗਿਆ ਹੈ ਕਿ ਇਸ ਨੋਟਿਸ ਤੋਂ ਬਾਅਦ ਹੁਣ ਇਸ ਅਲਾਇੰਸ ਦੇ ਉੱਪਰ ਕੋਈ ਅਸਰ ਪੈਣ ਵਾਲਾ ਹੈ, ਖਾਸ ਤੌਰ ਤੇ ਨਾਮ ਨੂੰ ਲੈ ਕੇ, ਕਿਉਂਕਿ ਨਾਮ ਨੂੰ ਲੈ ਕੇ ਇੱਕ ਨੋਟਿਸ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ, ਉਸ ਦੇ ਸੰਬੰਧ ਦੇ ਵਿੱਚ ਨੋਟਿਸ ਹੋਇਆਗਾ। ਕਿਵੇਂ ਦੇਖੋ ਨੇ ਇਸ ਨੋਟਿਸ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਬਣੇ ਅਲਾਇੰਸ ਦਾ, ਵਿਰੋਧੀਆਂ ਦੇ ਨਵੇਂ ਬਣੇ ਅਲਾਇੰਸ ਦਾ ਨਾਮ ਵੀ ਬਦਲਿਆ ਜਾ ਸਕਦਾ ਹੈ? ਮਾਨ ਸਾਹਿਬ 18 ਜੁਲਾਈ ਨੂੰ ਇੱਕ ਮੀਟਿੰਗ ਹੁੰਦੀ ਹੈ ਕਾਂਗਰਸ ਪਾਰਟੀ ਸਮੇਤ 26 ਦਲਾਂ ਦੀ, ਤਾਂ ਉਹ 26 ਦਲ ਜਿਹੜੇ ਪਹਿਲਾਂ ਕਿਸੇ ਵਕਤ ਯੂਪੀਏ ਸੀ ਉਹਦਾ ਇੱਕ ਨਵਾਂ ਨਾਮ ਜਿਹੜਾ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਐਕਸਕਲੂਸਿਵ ਅਲਾਇੰਸ ਰੱਖ ਦਿੱਤਾ ਜਾਂਦਾ, ਯੂਪੀਏ ਨੂੰ ਛੱਡ ਦਿੱਤਾ ਜਾਂਦਾ। ਹੁਣ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਜਿਹੜਾ ਬਣਾਇਆ ਗਿਆ, ਇਸ ਦਾ ਸ਼ਾਰਟ ਫਾਰਮ ਜਿਹੜਾ ਬੜਾ ਚੁਣ ਕੇ ਇੰਡੀਆ ਕਰ ਦਿੱਤਾ ਗਿਆ, INDIA। ਤਾਂ ਇਹ ਇੰਡੀਆ ਇਸ ਕਰਕੇ ਕੀਤਾ ਗਿਆ ਤਾਂ ਜੋ ਸ਼ਾਰਟ ਫਾਰਮ ਦੇ ਰੂਪ ਦੇ ਵਿੱਚ ਇਹ ਲੋਕਾਂ ਦੇ ਸਾਹਮਣੇ ਇਸ ਨੂੰ ਰੱਖਿਆ ਜਾ ਸਕੇ। ਤਾਂ ਉਸ ਵਕਤ ਮਮਤਾ ਬੈਨਰਜੀ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਇੰਡੀਆ ਨੂੰ ਲੈ ਕੇ ਇੱਕ ਬਿਆਨ ਜਿਹੜਾ ਦਿੱਤਾ ਕਿ ਹੁਣ BJP ਜਿਹੜੀ ਆ ਇੰਡੀਆ ਨਾਲ ਟੱਕਰ ਲਏਗੀ ਜਾਂ ਇੰਡੀਆ BJP ਨਾਲ ਟੱਕਰ ਲਏਗਾ, NDA ਨਾਲ ਟੱਕਰ ਦੇਗਾ। ਤੋਂ ਇਹ ਮਮਤਾ ਬੈਨਰਜੀ ਦਾ ਇੱਕ ਬਿਆਨ ਉਹਨਾਂ ਦਿਨਾਂ 'ਚ ਬੜਾ ਚਰਚਿਤ ਹੋਇਆ। ਹੁਣ ਇਸ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਮਾਫਰਦਾ ਭਾਜਪਾ ਨੇ ਵੀ ਬੜੇ ਤੰਜ ਜਿਹੜੇ ਕੱਸੇ, ਪਰ ਹੁਣ ਇੱਕ ਦਿੱਲੀ ਦੇ ਕਾਰੋਬਾਰੀ ਜਿਹੜੇ ਉਹ ਸਾਹਮਣੇ ਆਏ ਨੇ, ਗਰੀਸ਼ ਭਾਰਤਵਾਜ, ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ PIL ਜਿਹੜੀ ਆ ਉਹ ਦਾਇਰ ਕੀਤੀ ਗਈ ਔਰ ਉਹਨਾਂ ਨੇ ਇਸ ਸ਼ਬਦ ਤੇ ਇਤਰਾਜ਼ ਕੀਤਾ ਕਿ ਇਹ ਸ਼ਬਦ ਜਿਹੜਾ ਇੰਡੀਆ ਹੈ, ਇਸ ਦਾ ਨਾਮ ਜਿਹੜਾ ਕੀਤਾ ਗਿਆ ਇਹ ਜਾਣ ਬੁੱਝ ਕੇ ਇਸ ਅਲਾਇੰਸ ਵੱਲੋਂ ਚੋਣਾਂ ਦੇ ਵਿੱਚ ਫਾਇਦਾ ਲੈਣ ਵਾਸਤੇ ਕੀਤਾ ਗਿਆ, ਜਦੋਂ ਕਿ ਰਾਸ਼ਟਰੀ ਅਧਿਨਿਯਮ ਐਕਟ 1950 ਦੇ ਅਨੁਸਾਰ ਕੋਈ ਵੀ ਇੰਡੀਆ ਨਾਮ ਦੀ ਵਰਤੋਂ ਜਿਹੜੀ ਆ ਆਪਣੇ ਕਿਸੇ ਵੀ ਕੰਮ ਵਾਸਤੇ, ਨਿੱਜੀ ਕੰਮਾਂ ਵਾਸਤੇ ਉਹ ਨਹੀਂ ਕਰ ਸਕਦਾ। ਉਹਨਾਂ ਨੇ ਇਹ ਪਲੀ ਦਿੱਤੀ ਕਿ ਹੁਣ ਆ ਜਿਹੜਾ UPA ਆ, ਜਿਹੜਾ ਹੁਣ ਇੰਡੀਆ ਬਣ ਗਿਆ ਵਿਰੋਧੀ ਦਲਾਂ ਦਾ ਇਹ ਇਕੱਠ ਰਾਜਨੀਤਿਕ ਜਦੋਂ ਚੋਣਾਂ ਹੋਣਗੀਆਂ 2024 ਦੀਆਂ ਚੋਣਾਂ ਵਾਸਤੇ ਇਸ ਨਾਮ ਦੀ ਉਹ ਵਰਤੋਂ ਕਰੇਗਾ। ਇਸ ਨਾਮ ਦੀ ਜੇਕਰ ਵਰਤੋਂ ਕਰੇਗਾ ਤਾਂ ਇਸ ਨਾਮ ਦੀ ਫਿਰ ਗਰਮਾ ਜਿਹੜੀ ਘਟਦੀ ਹੈ। ਜੇ ਮੰਨ ਲਓ ਕੱਲ ਨੂੰ NDA ਜਿੱਤ ਜਾਂਦਾ ਤਾਂ ਫਿਰ ਇਹ ਕਹਿਣਗੇ ਕਿ NDA ਨੇ ਇੰਡੀਆ ਨੂੰ ਹਰਾਤਾ, ਤਾਂ ਉਸ ਤਰੀਕੇ ਨਾਲ ਫਿਰ ਇੰਡੀਆ ਨਾਮ ਦੇ ਉੱਤੇ ਜਿਹੜੀ ਗਰਮਾ ਹੈ ਉਹ ਘਟਦੀ ਆ। ਇਹ ਜਿਹੜਾ ਨਹੀਂ ਹੋਣਾ ਚਾਹੀਦਾ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਚੋਣਾਂ ਦੇ ਵਿੱਚ ਆਮ ਤੌਰ ਤੇ ਰਾਜਨੀਤਿਕ ਦੰਗੇ ਹੁੰਦੇ ਆ, ਬਹੁਤ ਕੁਝ ਇਹੋ ਜਿਹਾ ਸਥਿਤੀਆਂ ਹੁੰਦੀਆਂ ਨੇ, ਉਸ ਦੇ ਨਾਲ ਵੀ ਇਸ ਨਾਮ ਦਾ ਜਿਹੜਾ ਅਕਸ ਆ ਉਹ ਧੁੰਦਲਾ ਪੈਂਦਾ। ਸੋ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ PIL ਦਾਇਰ ਕੀਤੀ ਹਾਈ ਕੋਰਟ ਵਿੱਚ। ਹੁਣ ਹਾਈ ਕੋਰਟ ਨੇ ਉਹਦੇ ਉੱਤੇ ਮਤਲਬ ਐਕਸ਼ਨ ਲੈਂਦੇ ਆ, ਚੋਣ ਕਮਿਸ਼ਨ ਨੂੰ ਵੀ ਨੋਟਿਸ ਜਾਰੀ ਕੀਤਾ ਤੇ ਵਿਰੋਧੀ ਦਲਾਂ ਨੂੰ ਵੀ ਕੀਤਾ ਕਿ ਹਾਂ ਭਈ ਮਿੱਤਰ ਪਿਆਰੋ ਤੁਸੀਂ ਦੱਸੋ ਕਿ ਇਹ ਜਿਹੜੇ ਇਲਜ਼ਾਮ ਜਿਹੜੇ ਤੁਹਾਡੇ ਉੱਤੇ ਲਾਏ ਗਏ ਨੇ ਜਾਂ PIL ਦੇ ਵਿੱਚ ਦੱਸੇ ਗਏ ਨੇ, ਇਸ ਤੇ ਤੁਹਾਡੇ ਪੱਖ ਤੋਂ ਕੀ ਜਵਾਬ ਹੈਗਾ। ਹੁਣ ਪ੍ਰਸ਼ਨ ਇਹ ਹੈਗਾ ਕਿ ਚੋਣ ਕਮਿਸ਼ਨ ਨੂੰ ਕਿਉਂ ਸੱਦਿਆ ਗਿਆ, ਚੋਣ ਕਮਿਸ਼ਨ ਨੂੰ ਨੋਟਿਸ ਕਿਉਂ ਦਿੱਤਾ ਗਿਆ। ਚੋਣ ਕਮਿਸ਼ਨ ਨੂੰ ਮਾਨ ਸਾਹਿਬ ਨੋਟਿਸ ਤਾਂ ਭੇਜਿਆ ਗਿਆ ਕਿ ਕੋਈ ਚੋਣ ਕਮਿਸ਼ਨ ਨੇ ਚੋਣਾਂ ਜਿਹੜੀਆਂ ਆਯੋਜਿਤ ਕਰਾਉਣੀਆਂ ਹੁੰਦੀਆਂ ਨੇ। ਹੁਣ ਜਿਹੋ ਜਿਹੇ ਸ਼ੰਕੇ ਇਸ PIL ਵਿੱਚ ਗਰੀਸ਼ ਭਾਰਤਵਾਜ ਨੇ ਵਿਅਕਤ ਕੀਤੇ ਨੇ, ਕੀ ਉਹ ਸ਼ੰਕੇ ਵਾਕਿਆ ਹੀ ਸਹੀ ਨੇ? ਇਸ ਦਾ ਜਵਾਬ ਜਿਹੜਾ ਹੈ ਉਹ ਚੋਣ ਕਮਿਸ਼ਨ ਤੋਂ ਇਲਾਵਾ, ਇਲੈਕਸ਼ਨ ਕਮਿਸ਼ਨ ਤੋਂ ਇਲਾਵਾ ਹੋਰ ਕੋਈ ਨਹੀਂ ਦੇ ਸਕਦਾ, ਕਿਉਂਕਿ ਉਹ ਸੰਸਥਾ ਆ ਜਿਹੜੀ ਸਾਰੇ ਭਾਰਤ ਵਿੱਚ ਚੋਣਾਂ ਨੂੰ ਆਰਗੇਨਾਈਜ਼ ਕਰਦੀ ਆ। ਤਾਂ ਕਿਸੇ ਹੱਦ ਤੱਕ ਅਗਰ ਵੇਖਿਆ ਵੀ ਜਾਵੇ ਤਾਂ ਜਿਸ ਤਰੀਕੇ ਨਾਲ ਹੁਣ ਇਹ ਇੰਡੀਆ ਸ਼ਬਦ ਜਿਹੜਾ ਰੱਖਿਆ ਗਿਆ
ਜਿਸ ਨੂੰ ਸ਼ਾਰਟ ਫਾਰਮ ਦੇ ਵਿੱਚ ਵਰਤ ਰਹੀ ਹੈ ਵਿਰੋਧੀ ਧਿਰ, ਤਾਂ ਇਹ ਇੱਕ ਸੋਚੀ ਸਮਝੀ ਚਾਲ ਹੈ ਜਾਂ ਸੋਚੀ ਸਮਝੀ ਇੱਕ ਨੀਤੀ ਦੇ ਤਹਿਤ ਹੀ ਇਸ ਨੂੰ ਸ਼ਾਰਟ ਫਾਰਮ ਦਾ ਰੂਪ ਦਿੱਤਾ ਗਿਆ, ਨੈਸ਼ਨਲ ਇੰਡੀਅਨ ਡਿਵੈਲਪਮੈਂਟ ਅਲਾਇੰਸ ਜਿਹੜਾ ਆਪਾਂ ਗੱਲ ਕਰ ਰਹੇ ਹਾਂ। ਸ਼ਾਰਟ ਫਾਰਮ ਦਾ ਰੂਪ ਦੇ ਕੇ ਇੱਕ ਕਿਸਮ ਦੇ ਨਾਲ ਬੀਜੇਪੀ ਦੇ ਸਾਹਮਣੇ ਇਸ ਨੂੰ ਟੱਕਰ ਦੇਣ ਵਾਸਤੇ ਇੰਡੀਆ ਨਾਲ ਖੜਾ ਕਰ ਦਿੱਤਾ ਗਿਆ। ਹੁਣ ਇਹਨਾਂ ਸਥਿਤੀਆਂ ਦੀ ਹੀ ਗੱਲ ਜਿਹੜੀ ਆ ਉਸ ਵਿਅਕਤੀ ਨੇ ਆਪਣੀ PIL ਵਿੱਚ ਦਾਇਰ ਕੀਤੀ ਹੈ, ਤਾਂ ਹਾਈ ਕੋਰਟ ਨੇ ਹੁਣ ਇਹਦੇ ਸੰਬੰਧੀ ਸਪਸ਼ਟੀਕਰਨ ਜਿਹੜਾ ਉਹ ਮੰਗਿਆ। ਹੁਣ ਵਿਰੋਧੀ ਧਿਰ ਜਿਹੜੀ 26 ਪਾਰਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਹੁਣ ਮੁੱਖ ਤਾਂ ਕਾਂਗਰਸ ਪਾਰਟੀ ਹੈਗੀ ਆ, ਔਰ ਜਿਹੜਾ ਇੰਡੀਆ ਸ਼ਬਦ ਸ਼ਾਰਟ ਫਾਰਮ ਸੀ ਇਹ ਵੀ ਰਾਹੁਲ ਗਾਂਧੀ ਹੋਣਾ ਦਾ ਦਿੱਤਾ ਹੋਇਆ ਸ਼ਬਦ ਹੈਗਾ। ਸੋ ਅਜਿਹੀ ਸਥਿਤੀ ਦੇ ਵਿੱਚ ਹੁਣ ਹਾਈ ਕੋਰਟ ਦੇ ਨੋਟਿਸ ਮਿਲਣ ਤੋਂ ਬਾਅਦ ਜਿਹੜੀਆਂ ਜਿਸ ਤਰੀਕੇ ਨਾਲ ਹੁਣ ਸਥਿਤੀਆਂ ਬਦਲਣਗੀਆਂ ਉਹ ਜ਼ਰੂਰ ਰਾਜਨੀਤੀ ਦੇ ਵਿੱਚ ਇੱਕ ਬਦਲਾਅ ਜਿਹੜਾ ਉਹ ਪੇਸ਼ ਕਰ ਸਕਦੀਆਂ ਨੇ। ਜੇਕਰ PIL ਤੇ ਹਾਈ ਕੋਰਟ ਸਖਤ ਐਕਸ਼ਨ ਲੈਂਦੀ ਆ ਔਰ ਇਸ ਨੂੰ ਸ਼ਾਰਟ ਫਾਰਮ ਵਰਤਣ ਤੇ ਉੱਤੇ ਰੋਕ ਲਗਾ ਦਿੰਦੀ ਹੈ ਕਿ ਇੰਡੀਆ ਸ਼ਬਦ ਤੁਸੀਂ ਨਹੀਂ ਵਰਤ ਸਕਦੇ, ਤਾਂ ਫਿਰ ਕੁਦਰਤੀ ਤੌਰ ਤੇ ਇੱਕ ਬੜਾ ਵੱਡਾ ਝਟਕਾ ਵਿਰੋਧੀ ਦਲਾਂ ਦੇ ਉਸ ਗੱਠਜੋੜ ਨੂੰ ਹੋਵੇਗਾ ਜਿਹੜਾ ਉਹਨਾਂ ਨੇ 18 ਜੁਲਾਈ ਨੂੰ ਕ੍ਰੀਏਟ ਕੀਤਾ ਸੀ। ਬਾਕੀ ਹੁਣ ਵੇਖਣਾ ਹੋਵੇਗਾ ਕਿ ਵਿਰੋਧੀ ਧਿਰ ਇਸ ਸੰਬੰਧੀ ਆਪਣਾ ਕੀ ਪੱਖ ਦਿੰਦੇ ਨੇ। ਬਾਕੀ ਮਾਨ ਸਾਹਿਬ ਇਸ ਗੱਲ 'ਚ ਕੋਈ ਦੋ ਰਹਿਵਾ ਨਹੀਂ, ਜੇਕਰ ਤੁਸੀਂ ਇਸ ਇੰਡੀਆ ਸ਼ਬਦ ਨੂੰ ਗੰਭੀਰਤਾ ਨਾਲ ਚੋਣਾਂ ਦੇ ਪ੍ਰਸੰਗ ਦੇ ਵਿੱਚ ਰੱਖ ਕੇ ਵਾਚੋ ਤਾਂ ਫਿਰ ਵਾਕਿਆ ਹੀ ਇਹ ਲੱਗਦਾ ਕਿ ਇੰਡੀਆ ਸ਼ਬਦ ਦਾ ਫਿਰ ਅਕਸ ਧੁੰਦਲਾ ਪੈਂਦਾ। ਜੇਕਰ NDA ਜਿੱਤਦੀ ਹੈ ਤਾਂ ਫਿਰ ਇੰਡੀਆ ਹਾਰਦਾ, ਤਾਂ ਇੰਡੀਆ ਦੀ ਜਿਹੜੀ ਹਾਰ ਉਹ ਕਿਸੇ ਹੋਰ ਤਰੀਕੇ ਨਾਲ ਤੁਸੀਂ ਦੇਖੋ ਕਿ ਜਦੋਂ ਅਸੀਂ ਵੀ ਸੋਚੀਏ ਕਿ ਇੰਡੀਆ ਹਾਰ ਗਿਆ ਅਸੀਂ, ਤਾਂ ਉਹ ਜਿਹੜੀ ਗੱਲ ਹੈ ਉਹ ਫਿਰ ਬਰਦਾਸ਼ਤ ਕਰਨ ਯੋਗ ਲੱਗਦੀ ਨਹੀਂ ਜਾਂ ਹੁੰਦੀ ਨਹੀਂ ਆ। ਹਾਂ, NDA UPA ਹੋ ਸਕਦਾ ਸੀ ਕਿ ਹਾਂ ਵੀ NDA ਜਿੱਤ ਗਿਆ UPA ਹਾਰ ਗਿਆ। ਹੁਣ ਜੇਕਰ ਇਹ ਗੱਲ ਕੱਲ ਨੂੰ ਚੋਣਾਂ ਦੇ ਵਿੱਚ ਹੁੰਦੀ ਆ ਕਿ ਹਾਂ ਵੀ NDA ਜਿੱਤ ਗਿਆ ਇੰਡੀਆ ਹਾਰ ਗਿਆ, ਤਾਂ ਇਹ ਸਾਰੇ ਭਾਰਤ ਵਾਸੀਆਂ ਵਾਸਤੇ ਵੀ ਸ਼ਾਇਦ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋਵੇ ਕਿ ਇਹੋ ਜਿਹੇ ਸ਼ਬਦ ਜਿਹੜੇ ਨਹੀਂ ਵਰਤੇ ਜਾਣੇ ਚਾਹੀਦੇ। ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਆ ਜਿਹੜੀ ਪਟੀਸ਼ਨ ਜਿਹੜੀ ਆ ਦਾਇਰ ਕੀਤੀ ਗਈ ਆ। ਹੁਣ ਵੇਖਣਾ ਹੋਵੇਗਾ ਕਿ ਭਾਰਤੀ ਚੋਣ ਕਮਿਸ਼ਨ ਤੇ ਦੂਜੇ ਪਾਸੇ ਵਿਰੋਧੀ ਧਿਰ ਇਸ ਦੇ ਸੰਬੰਧੀ ਆਪਣਾ ਕੀ ਪੱਖ ਪੇਸ਼ ਕਰਦੇ। ਜੀ 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 ਬਿਲਕੁਲ ਬਿਲਕੁਲ ਬਿਲਕੁਲ। ਸੋ ਹੁਣ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਉਸ ਤੋਂ ਬਾਅਦ ਹੁਣ ਕਿਸ ਤਰੀਕੇ ਨਾਲ ਪੱਖ ਜਿਵੇਂ ਕਹਿੰਦੇ ਤੁਸੀਂ ਪੇਸ਼ ਕਰਨਗੇ ਕਿ ਨਾਮ ਬਦਲਣ ਤੱਕ ਦੀ ਨੌਬਤ ਆ ਸਕਦੀ ਹੈ ਜਾਂ ਫਿਰ ਇਹ ਅਲਾਇੰਸ ਇਸ ਨਾਮ ਦੇ ਨਾਲ ਹੀ 2024 ਦੀਆਂ ਇਲੈਕਸ਼ਨਾਂ ਲੜੇਗਾ। ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਅਗਲੀ ਖਬਰ ਉਹ ਬੜੀ ਅਹਿਮ ਤੇ ਜੁੜੀ ਹੋਈ ਉਹ ਵੀ ਵਿਰੋਧੀ ਦਲਾਂ ਦੇ ਨਾਲ, ਕਿਉਂਕਿ ਗੱਲ ਪੰਜਾਬ ਦੀ ਕਰੀਏ, ਗੱਲ ਹੜ੍ਹਾਂ ਦੇ ਮੁਆਵਜ਼ੇ ਦੀ ਕਰੀਏ ਤੇ ਲਗਾਤਾਰ ਖਜ਼ਾਨੇ ਨੂੰ ਲੈ ਕੇ ਫੰਡਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਦਲ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ ਤੇ ਹਰ ਰੋਜ਼ ਹੀ ਕਿਸੇ ਨਾ ਕਿਸੇ ਵਿਰੋਧੀ ਦਲ ਦੇ ਨੇਤਾ ਦਾ, ਕਿਸੇ ਲੀਡਰ ਦਾ, ਕਿਸੇ ਪਾਰਟੀ ਦਾ ਬਿਆਨ ਆਉਂਦਾ ਸਰਕਾਰ ਦੇ ਖਿਲਾਫ। ਹੁਣ ਇਹਨਾਂ ਸਾਰੀਆਂ ਜੋ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਗਵੰਤ ਮਾਨ ਜੀ ਵੱਲੋਂ ਕਰਾਰਾ ਜਵਾਬ ਇਹਨਾਂ ਵਿਰੋਧੀ ਦਲਾਂ ਨੂੰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਜੋ ਵਿਸ਼ੇਸ਼ ਗਿਰਦੌਰੀ ਚੱਲ ਰਹੀ ਹੈ ਉਸ ਦੀ ਮੈਂ ਖੁਦ ਆਪਣੇ ਤੌਰ ਤੇ ਸਮੀਖਿਆ ਕਰ ਲਈ ਹੈ, ਮੈਂ ਨਿਰੀਖਣ ਵੀ ਕੀਤਾ ਤੇ 15 ਤਰੀਕ ਤੱਕ 15 ਅਗਸਤ ਤੱਕ ਸਾਰੀਆਂ ਗਿਰਦੌਰੀਆਂ ਹੋ ਕੇ ਹਰ ਇੱਕ ਬੰਦੇ ਨੂੰ, ਹਰ ਪੀੜਤ ਵਿਅਕਤੀ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਏਗਾ। ਇੱਕ ਵਾਰ ਫਿਰ ਤੋਂ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਕੋਲ ਫੰਡਾਂ ਦੀ ਕੋਈ ਕਮੀ ਨਹੀਂ। ਕਿਵੇਂ ਦੇਖ ਰਹੇ ਹੋ? ਇੱਕ ਪਾਸੇ ਵਿਰੋਧੀ ਕਹਿ ਰਹੇ ਨੇ ਵੀ ਸਰਕਾਰ ਮੁਆਵਜ਼ਾ ਦੇਵੇ ਤੇ ਦੂਸਰੇ ਪਾਸੇ ਹੁਣ ਜਦੋਂ ਜਵਾਬ ਪਲਟਵਾਰ ਸਰਕਾਰ ਦੇ ਵੱਲੋਂ ਆਇਆ, ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਏ ਨੇ ਕਿ ਫੰਡਾਂ ਦੀ ਕੋਈ ਕਮੀ ਨਹੀਂ, ਮੁਆਵਜ਼ਾ 15 ਤਰੀਕ ਤੱਕ ਦਿੱਤਾ ਜਾਵੇਗਾ। ਕਿਵੇਂ ਦੇਖ ਰਹੇ ਹੋ ਇਹ ਚੱਲ ਰਹੀ ਬਾਹਰ ਪਲਟਵਾਰ? ਮਾਨ ਸਾਹਿਬ, ਵਿਰੋਧੀਆਂ ਦਾ ਤਾਂ ਕੰਮ ਹੁੰਦਾ ਆ ਕਿ ਸਰਕਾਰ ਦੇ ਕੰਮ 'ਚ ਨੁਕਤਾਚੀਨੀ ਕਰਨੀ। ਸਰਕਾਰ ਭਾਵੇਂ ਹਾਂ ਪੱਖੀ ਕੰਮ ਕਰੇ, ਭਾਵੇਂ ਨਾ ਪੱਖੀ ਕਰੇ, ਵਿਰੋਧੀਆਂ ਨੇ ਤਾਂ ਉਹਦੇ ਉੱਤੇ ਤੰਜ ਕੱਸਣਾ ਹੀ ਹੁੰਦਾ। ਤਾਂ ਜੇਕਰ ਅਸੀਂ ਆਪਣੇ ਪੱਤਰਕਾਰੀ ਪੱਧਰ ਦੀ ਗੱਲ ਕਰੀਏ ਜਾਂ ਆਮ ਜਨ ਸਧਾਰਨ ਦੇ ਪੱਧਰ ਦੇ ਤੌਰ ਤੇ ਗੱਲ ਕਰੀਏ ਤਾਂ ਮਾਨ ਸਾਹਿਬ ਪਿਛਲੇ 10 ਸਾਲਾਂ ਤੋਂ ਬਾਅਦ ਇੱਕ ਇਹ ਸਰਕਾਰ ਆਈ ਆ ਜਿਸ ਦਾ ਵਿੱਤ ਮੰਤਰੀ ਜਾਂ ਜਿਸ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਕਿ ਹਾਂ ਵੀ ਖਜ਼ਾਨਾ ਖਾਲੀ ਨਹੀਂ ਹੈਗਾ, ਕੋਈ ਹੜ੍ਹਾਂ ਪੀੜਤਾਂ ਨੂੰ ਕਿਸੇ ਵੀ ਕਿਸਮ ਦੀ ਰੋਕਥਾਮ ਵਾਸਤੇ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਪਰੇਸ਼ਾਨੀ ਨਹੀਂ ਹੋਵੇਗੀ, ਖਜ਼ਾਨਾ ਭਰਿਆ ਹੋਇਆ। ਮੈਂ 10 ਸਾਲਾਂ ਦਾ ਹਵਾਲਾ ਤਾਂ ਦਿੱਤਾ ਕਿਉਂਕਿ ਕਾਂਗਰਸ ਦੇ ਰਾਜਕਾਲ ਦੇ ਵਿੱਚ ਵੀ ਜਿਹੜੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਰਹੇ, ਉਸ ਤੋਂ ਪਹਿਲਾਂ ਵੀ ਪਰਮਿੰਦਰ ਸਿੰਘ ਢੀਂਡਸਾ ਹੋਣੀ ਰਹੇ, ਉਹ ਵੀ ਇਹੋ ਗੱਲ, ਤੇ ਮਨਪ੍ਰੀਤ ਬਾਦਲ ਵੀ ਰਹੇ, ਉਹ ਵੀ ਇਹੋ ਗੱਲ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਪਰ ਮੌਜੂਦਾ ਸਰਕਾਰ ਦੇ ਵਿੱਤ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਰੀ ਦੀ ਅੱਜ ਤੱਕ ਕਿ ਖਜ਼ਾਨਾ ਖਾਲੀ, ਕਹਿੰਦੇ ਖਜ਼ਾਨੇ ਕਦੀ ਸਰਕਾਰਾਂ ਦੇ ਖਾਲੀ ਥੋੜਾ ਹੁੰਦੇ ਆ, ਤੇ ਕਾਫੀ ਹੱਦ ਤੱਕ ਇਹ ਗੱਲ ਬਚਣਯੋਗ ਆ। ਸੋ ਹੁਣ ਉਹਨਾਂ ਨੇ ਇੱਕ ਨਵਾਂ ਬਿਆਨ ਜਿਹੜਾ ਦਿੱਤਾ ਆ ਵਿਰੋਧੀਆਂ ਨੂੰ ਚਿੱਤ ਕਰਦੇ ਹੋਏ, ਉਹਨਾਂ ਨੇ ਇੱਕ ਦਿਨ ਆਪਣੇ ਭਾਸ਼ਣ 'ਚ ਇਹ ਵੀ ਗੱਲ ਕਹੀ ਕਿ ਹਾਂ ਭਾਈ ਮੈਂ ਮਰੀ ਮੁਰਗੀ ਦੇ ਵੀ ਪੈਸੇ ਦੇਵਾਂਗਾ, ਮਰੀ ਬੱਕਰੀ ਦੇ ਵੀ ਪੈਸੇ ਦੇਵਾਂਗਾ, ਕਿਸੇ ਨੂੰ ਇਸ ਪੱਖ ਤੋਂ ਮੈਂ ਨੁਕਸਾਨ ਜਿਹੜਾ ਨਹੀਂ ਹੋਣ ਦੇਣਾ ਇਸ ਕੁਦਰਤੀ ਆਫਤ ਦੇ ਵਿੱਚ ਜੋ ਲੋਕਾਂ ਦਾ ਨੁਕਸਾਨ ਹੋਇਆ। ਕਹਿੰਦੇ ਕਿ ਹਰ ਪੀੜਤਾਂ ਦੀ ਮਦਦ ਵਾਸਤੇ
ਫੰਡਾਂ ਦੀ ਜਾਂ ਕਿਸੇ ਵੀ ਕਿਸਮ ਦੀ ਕੋਈ ਕਮੀ ਜਿਹੜੀ ਆ ਉਹ ਸਰਕਾਰ ਨੂੰ ਨਹੀਂ ਹੈ ਕਿ ਆਪਣੇ ਪੱਧਰ ਤੇ ਅਸੀਂ ਸਾਰਾ ਕੁਝ ਕਰਾਂਗੇ। ਤੇ ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹੀ, ਜਿਹੜਾ ਬੜਾ ਮਹੱਤਵਪੂਰਨ ਗੱਲ ਉਹਨਾਂ ਨੇ ਐਲਾਨ ਕੀਤਾ ਕਿ 15 ਅਗਸਤ ਤੱਕ ਵਿਸ਼ੇਸ਼ ਗਰਦੌਰੀਆਂ ਕਰਾ ਕੇ, ਡੈਡਲਾਈਨ ਕੀਤੀ ਹੈ 15 ਅਗਸਤ ਤੱਕ ਗਰਦੌਰੀ ਕਰਾ ਕੇ ਮੁਆਵਜ਼ਾ ਕਿਸਾਨਾਂ ਤੱਕ, ਹੋਰ ਹਰ ਵਿਅਕਤੀ ਤੱਕ ਜਿਹੜਾ ਦੇਤਾ ਜਾਵੇਗਾ, ਜਿਹੜਾ ਵੀ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ, ਕੋਈ ਚਾਹੇ ਉਹ ਕਿਸਾਨ ਆ ਚਾਹੇ ਕੋਈ ਆਮ ਵਿਅਕਤੀ ਆ। ਤਾਂ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਜਿਹੜੀ ਇਹਦੀ ਬਿਆਨ ਕੀਤੀ ਆ, ਉਹਨਾਂ ਨੇ ਦੱਸਿਆ ਅੱਜ ਤੋਂ ਕੁਝ ਦਿਨ ਪਹਿਲਾਂ ਦਾ ਬਿਆਨ ਸੀ ਉਹਨਾਂ ਦਾ, ਕਿ ਅਜੇ ਵੀ ਜਿਹੜੇ 1277 ਦੇ ਕਰੀਬ ਜਿਹੜੇ ਵਿਅਕਤੀ ਨੇ ਉਹ ਰਿਲੀਫ ਕੈਂਪਾਂ ਦੇ ਵਿੱਚ, ਜਿਹੜੇ 150 ਨੇ 159 ਕੈਂਪ ਜਿਹੜੇ ਲਾਏ ਗਏ ਸੀ ਰਾਹਤ ਕੈਂਪ, ਉਹਨਾਂ 'ਚ ਰਹਿ ਰਹੇ ਨੇ। ਬਾਕੀ ਨੁਕਸਾਨ ਦਾ ਵੇਰਵਾ ਦਿੱਤਾ ਤੇ ਕਿਹਾ ਕਿ ਜਿਹੜਾ ਵੀ ਨੁਕਸਾਨ ਹੋਇਆ ਉਸ ਦੀ ਪੂਰਤੀ ਜਿਹੜੀ ਆ ਸਰਕਾਰ ਕਰੇਗੀ। ਤਾਂ ਹੁਣ ਵਿਰੋਧੀਆਂ ਨੇ ਤਾਂ ਆਪਣੇ ਮਾਨ ਸਾਹਿਬ ਇਹ ਗੱਲ ਕਹਿਣੀ ਹੁੰਦੀ ਕਿ ਜਿੰਨੀ ਜਲਦੀ ਹੋਵੇ ਤੁਸੀਂ ਕਰੋ, ਪਰ ਸਰਕਾਰ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰਨਾ ਹੁੰਦਾ। ਹੁਣ ਜੇਕਰ ਸਰਕਾਰ ਨੇ 15 ਅਗਸਤ ਦਾ ਐਲਾਨ ਕੀਤਾ ਤਾਂ ਇਹ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਦੇ ਇਹ ਬਿਆਨ ਜਿਹੜੇ ਨੇ, ਇਹ ਦਾਅਵੇ ਕਿਸ ਹੱਦ ਤੱਕ ਸਹੀ ਸਾਬਤ ਹੁੰਦੇ ਆ, ਵਾਕਿਆ ਹੀ ਲੋਕਾਂ ਨੂੰ ਰਾਹਤ ਜਿਹੜੀ ਮਿਲਦੀ ਆ, ਲੋਕ ਵਾਕਿਆ ਹੀ ਆਪਣੀ ਜਿਹੜਾ ਨੁਕਸਾਨ ਹੋਇਆ ਉਸ ਤੋਂ ਭਰਪਾਈ ਸਰਕਾਰ ਉਹਨਾਂ ਦੀ ਕਰਦੀ ਆ। ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਬਾਕੀ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਜਿਹੜਾ ਆਇਆ, ਇਹ ਪਹਿਲੀਆਂ ਸਰਕਾਰਾਂ ਦੇ ਬਿਆਨਾਂ ਤੋਂ ਬਿਲਕੁਲ ਉਲਟ ਆਇਆ, ਜਿੱਥੇ ਉਹਨਾਂ ਨੇ ਪਹਿਲੀ ਵਾਰੀ ਨਹੀਂ ਬਹੁਤ ਵਾਰੀ ਕਹੀ ਹੈ ਕਿ ਖਜ਼ਾਨਾ ਭਰਿਆ, ਖਜ਼ਾਨਾ ਕਦੇ ਵੀ ਸਰਕਾਰਾਂ ਦਾ ਖਾਲੀ ਨਹੀਂ ਹੁੰਦਾ ਜੀ। ਤੇ ਇਸ ਕਰਕੇ ਸਰਕਾਰ ਦੇ ਇਸ ਫੈਸਲੇ ਦੀ ਜ਼ਰੂਰ ਸ਼ਲਾਘਾ ਜਿਹੜੀ ਕਰਨੀ ਚਾਹੀਦੀ ਹੈ, ਉਹ ਸ਼ਲਾਘਾ ਕਰਨੀ ਬਣਦੀ ਵੀ ਜੀ। ਬਿਲਕੁਲ ਜੀ, ਬਿਲਕੁਲ। ਤੇ ਕੁਛ ਲਾਭਪਾਤਰੀਆਂ ਨੂੰ ਜਾਂ ਕਹਿ ਦਈਏ ਵੀ ਇਹਨਾਂ ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ੇ ਪਿਛਲੇ ਸਮੇਂ ਵਿੱਚ ਸਰਕਾਰ ਵੱਲੋਂ ਦਿੱਤੇ ਵੀ ਗਏ ਨੇ, ਭਾਵੇਂ ਰਾਸ਼ੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਰੋਧੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ। ਲੇਕਿਨ ਜਿਸ ਤਰੀਕੇ ਨਾਲ ਤੁਸੀਂ ਪਿਛਲੇ 10 ਸਾਲ ਦੀ ਸਥਿਤੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਅਕੋਰਡਿੰਗ ਪੰਜਾਬ ਸਰਕਾਰ ਜਾਂ ਫਿਰ ਕਹੀਏ ਸੀਐਮ ਮਾਨ ਦੇ ਬਿਆਨਾਂ ਦੀ ਬੜੀ ਅਹਿਮੀਅਤ, ਤੇ ਨਾਲ ਹੀ ਨਾਲ ਵਿਰੋਧੀਆਂ ਨੂੰ ਮਿਰਚਾਂ ਜ਼ਰੂਰ ਲੱਗਣਗੀਆਂ, ਕਿਉਂਕਿ ਜਿਹੜੇ ਮੁਆਵਜ਼ੇ ਨੂੰ ਲੈ ਕੇ ਹਮੇਸ਼ਾ ਸਰਕਾਰ ਨੂੰ ਘੇਰਦੇ ਨੇ, ਸਰਕਾਰ ਵੱਲੋਂ ਸੀਐਮ ਮਾਨ ਸਾਹਿਬ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ 15 ਅਗਸਤ ਤੱਕ ਮੁਆਵਜ਼ੇ ਦੇ ਦਿੱਤੇ ਜਾਣਗੇ, ਗਰਦਾਰੀਆਂ ਕੰਪਲੀਟ ਹੋ ਜਾਣਗੀਆਂ। ਨਿੱਜੀ ਇੰਟਰਸਟ ਦੀ ਗੱਲ ਕੀਤੀ ਵੀ ਮੈਂ ਨਿੱਜੀ ਤੌਰ ਤੇ ਵੀ ਇਹ ਸਾਰੀ ਪ੍ਰਕਿਰਿਆ ਨੂੰ ਵਾਚ ਰਿਹਾ। ਸੋ ਹੁਣ ਸੱਚਮੁੱਚ ਕੀ 15 ਤਰੀਕ ਤੱਕ ਸਾਰੇ ਇਹਨਾਂ ਲੋਕਾਂ ਦੀਆਂ ਗਰਦਾਰੀਆਂ ਹੋ ਕੇ ਮੁਆਵਜ਼ਾ ਮਿਲੇਗਾ, ਜਾਂ ਫਿਰ ਵਿਰੋਧੀਆਂ ਨੂੰ ਇੱਕ ਵਾਰ ਫਿਰ ਤੋਂ ਮੌਕਾ ਮਿਲੇਗਾ ਸਰਕਾਰ ਦੇ ਉੱਪਰ ਤੰਜ ਕੱਸਣ ਦਾ ਜਾਂ ਸਰਕਾਰ ਦੇ ਉੱਪਰ ਹਮਲਾ ਕਰਨ ਦਾ, ਵੇਖਣ ਵਾਲੀ ਗੱਲ ਹੋਏਗੀ। ਸੋਹਣਕੀ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦੇ ਇਜਾਜ਼ਤ, ਧੰਨਵਾਦ।